इंडस वाटर ट्रीटी एक बहुत ही उज्जवल स्थान है एक ਇਹੋ ਜਿਹੇ ਵਰਲਡ ਦੇ ਵਿੱਚ, ਇੱਕ ਇਹੋ ਜਿਹੀ ਦੁਨੀਆ ਦੇ ਵਿੱਚ ਜਿਹੜੀ ਕਿ ਬਹੁਤ ਜ਼ਿਆਦਾ ਡਿਪਰੈਸ ਤੇ ਨਿਰਾਸ਼ਾਜਨਕ ਹੈ। ਸਤਿ ਸ੍ਰੀ ਅਕਾਲ ਪਿਆਰਿਓ, ਮੈਂ ਜਤਨ ਗਿੱਲ ਤੁਹਾਡੇ ਲਈ ਪੇਸ਼ ਕਰ ਰਿਹਾ ਹੈ ਇੰਡਸ ਵਾਟਰ ਟ੍ਰੀਟੀ ਦੇ ਉੱਤੇ ਇੱਕ ਸਪੈਸ਼ਲ ਸੈਸ਼ਨ। ਤੇ ਜਿਹੜੀਆਂ ਮੈਂ ਹੁਣੀ ਦੋ ਪੰਕਤੀਆਂ ਬੋਲੀਆਂ ਹੈ ਜੀ, ਮੇਰੀ ਆਪਣੀਆਂ ਨਹੀਂ ਹੈ, ਮੈਂ ਇਹਦੇ ਲਈ ਕ੍ਰੈਡਿਟ ਨਹੀਂ ਲੈ ਸਕਦਾ। ਇਹ ਯੂਐਸ ਦੇ ਪ੍ਰੈਜ਼ੀਡੈਂਟ ਡੀ ਆਈਜ਼ਨਹਾਵਰ ਵੱਲੋਂ ਕਹੀ ਗਈ ਹੈ। शायद ਤੁਹਾਨੂੰ उस टाइम ਛੇਤੀ ਛੇਤੀ ना सुनिया होवे, ना समझाई होवे, मैं ਤੁਹਾਡੇ ਲਈ लिखी भी है जी। दिस इज मिस्टर डी आइजनहावर, द फॉर्मर यूएस प्रेसिडेंट। ਇਹਨਾਂ ਨੇ ਕਿਹਾ ਇੰਗਲਿਸ਼ ਵਿੱਚ that Indus water treaty is a bright spot in a very depressing world picture that we often see। ਤੁਸੀਂ ਇਰਾਕ ਇਨਵੇਜਨ ਦੀ ਗੱਲ ਕਰੋ, सीरिया ਦਾ टाइम हो गया, चाहे वो वियतनाम ਦਾ टाइम है, दुनिया जल रही सीगी प्यारियों। एंड जदों दुनिया जल रही सीगी ना, आइजनहावर साहब कहते, यूएस प्रेसिडेंट कह रहे ने कि इट वाज ओनली इंडस वाटर ट्रीटी, जदों सारी ट्रीटीज खत्म हो गई, लोगों ने कुछ मन्निया ही नहीं, किसी ट्रीटी नूं किसी कंट्री ने मनन तो इनकार करता, पर पाकिस्तान ते इंडिया 2-3 बार जंग भी कर चुके ने, फिर भी इंडस वाटर ट्रीटी अज तक इंटैक्ट है। दैट इज वाई आप इनू कह रहे हैं, यही कह रहे हैं इट इज अ वेरी ब्राइट स्पॉट। पर यह तो होगी पुरानी गल, अज दी गल की है। जे मैं अज दी गल देखा तो अज दी गल की है। हुणी हुणी साडे फॉरेन सैकटरी साहब विक्रम मिस्री जी का बयान आया सी दैट वी आर सस्पेंडिंग, उन्होंने कहा हेल्ड इन अबेयंस, यानी कि ਇਹਦਾ मतलब सस्पेंड ਹੁੰਦਾ, टैंपरेरीली सस्पेंड कर दिता गया इंडस वाटर ट्रीटी ਨੂੰ। ਇਹ ਹੈ ਨਾਲ ਦੀ खबर। ਹੁਣ ਇੱਕ यूएस प्रेसिडेंट इंडस वाटर ट्रीटी ਦੀ ਇੰਨੀ ਤਾਰੀਫ ਕਰ ਰਿਹਾ ਹੈ ਤੇ ਇੰਡੀਆ ਉਸ ਟ੍ਰੀਟੀ ਨੂੰ ਸਸਪੈਂਡ ਕਰ ਰਹੀ ਹੈ, ਕਿਉਂ? ਤੁਹਾਡੇ ਮਨ 'ਚ ਕੀ ਇੱਛਾ ਜਾਗਦੀ ਹੈ ਕਿ ਸਰ ਮੈਨੂੰ ਵੀ ਪਤਾ ਲੱਗੇ ਵਾਈ ਇਜ਼ ਦਿਸ ਹੈਪਨਿੰਗ? ਸੋ ਅੱਜ ਦਾ ਇਹ ਸੈਸ਼ਨ ਤੁਹਾਡੇ ਵਾਸਤੇ ਹੈ। ਜੇ ਤੁਸੀਂ यूपीएससी ਐਸਪੀਰੈਂਟ ਹੋ, पीसीएस ਐਸਪੀਰੈਂਟ ਹੋ, ਇਸ ਸੈਸ਼ਨ ਨੂੰ ਨਾ ਮਿਸ ਕਰਿਓ। ਐਂਡ ਵਿੱਚ ਇੱਕ ਸਪੈਸ਼ਲ ਕੁਐਸਚਨ यूपीएससी ਬੇਸਡ ਮੇਨਸ ਦਾ ਐਂਡ ਪ੍ਰੀ ਦਾ ਵੀ ਤੁਹਾਡੇ ਵਾਸਤੇ ਲੈ ਕੇ ਆਉਂਗਾ, ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਅੱਜ ਦੇ ਸੈਸ਼ਨ ਵਿੱਚ ਕੀ ਕਵਰ ਕਰਾਂਗੇ। ਸਭ ਤੋਂ ਪਹਿਲਾਂ ਵਾਟ ਇਜ਼ ਆਈਵੀਟੀ, ਇੰਡਸ ਵਾਟਰ ਟ੍ਰੀਟੀ ਹੈ ਕੀ? ਚਲੋ ਸਾਈਨ ਹੋ ਜਾਂਦੀ ਹੈ। ਉਸ ਤੋਂ ਬਾਅਦ ਹਾਊ ਇਟ ਵਰਕਸ, ਕਿਹੜੀ ਰਿਵਰਸ ਦਾ ਪਾਣੀ ਕਿਹਨੂੰ ਜਾ ਰਿਹਾ ਤੇ ਕਿੰਨਾ ਜਾ ਰਿਹਾ। ਉਸ ਤੋਂ ਬਾਅਦ ਕੈਨ ਦਾ ਟ੍ਰੀਟੀ ਬੀ ਸਸਪੈਂਡਡ ਬਾय ਇੰਡੀਆ। ਹੁਣੀ ਪਾਕਿਸਤਾਨੀ ਫੋਰਨ ਮਿਨਿਸਟਰ ਦਾ ਬਿਆਨ ਆਇਆ ਹੈ ਕਿ ਹਾਊ ਕੈਨ ਇੰਡੀਆ ਸਸਪੈਂਡ ਦਾ ਟ੍ਰੀਟੀ। इंडिया तो एक पार्टी है, दूसरी पार्टी पाकिस्तान भी है, दोनों पक्षों ने मिलके भी हाथ मिलाया सी, हुण कल्ला पक्ष किस तरह कवे कि नहीं हो सकता। सो इस ते भी एक सवाल है। दूसरा, हुण सस्पेंड ते कर दिता, हुण सस्पेंड करन दे इंप्लीकेशंस की होणगे इंडिया लई या फिर पाकिस्तान लई। एंड लास्ट विच एक मैंडेटरी वे फॉरवर्ड आपां जरूर करांगे डिस्कस कि अगे की करना चाहिए, ठीक है जी। सो छोटा जिहा सैशन होएगा इंडस वाटर ट्रीटी वास्ते, जे जानना है दिस इज द ओनली सैशन यू नीड, ठीक है जी। सो पूरा देखियो। सब तो पहला इस पिक्चर ते गौर करो। मेरे अक्सर सैशन विच ना पिक्चर्स बहुत मैटर करदियां ने। सो इस पिक्चर नूं ध्यान नाल देखो। दिस इज पंडित नेहरू, आवर फर्स्ट प्राइम मिनिस्टर, एंड इत्थे कौन ने? प्रेसिडेंट अयूब खान ऑफ पाकिस्तान। 1947 ਦੇ ਵਿੱਚ ਜਦੋਂ ਆਪਾਂ ਦੇਖਿਆ ਇੱਕ ਇਹੋ ਜਿਹੀ ਸਥਿਤੀ ਬਣ ਗਈ ਸੀਗੀ ਕਿ ਸਾਨੂੰ ਪਤਾ ਲੱਗਿਆ ਹੁਣ ਦੋ ਕੰਟਰੀਜ਼ ਅਲੱਗ ਹੀ ਹੋਣਗੀਆਂ, ਹੁਣ ਹੋ ਹੀ ਨਹੀਂ ਸਕਦਾ ਆਪਾਂ ਇਕੱਠੇ ਰਹੀਏ। ਫਿਰ ਕੀ ਕੀਤਾ ਆਪਾਂ ਵੰਡਣਾ ਸ਼ੁਰੂ ਕਰਤਾ। ਪੰਜਾਬ ਦੋ ਹਿੱਸੇ ਕਰ ਦੋ, ਪਰ ਨਦੀਆਂ ਨੂੰ ਕੋਈ ਵੰਡ ਸਕਦਾ? ਨਦੀ ਦਾ ਪਾਣੀ ਤੇ ਨੈਚੁਰਲੀ ਵਹਿ ਰਿਹਾ, ਉਹਨੂੰ ਕੋਈ ਨਹੀਂ ਵੰਡ ਸਕਦਾ। ਪਰ ਆਪਾਂ ਵੰਡਣ ਦੀ ਕੋਸ਼ਿਸ਼ ਕੀਤੀ। ਕਿੰਨਾ ਪਾਣੀ ਕਿਹਨੂੰ ਜਾਏਗਾ, ਕੌਣ ਕਿਸ ਨਦੀ ਦਾ ਪਾਣੀ ਯੂਜ਼ ਕਰੇਗਾ? तो फाइनली 1960 ਦੇ ਵਿੱਚ ਜਿਹੜਾ ਹੱਥ ਮਿਲਾਇਆ ਗਿਆ ਦੋਨਾਂ ਵਰਲਡ ਲੀਡਰਸ ਦੇ ਵਿੱਚ, ਉਹ ਇਸ ਮੈਪ ਨੂੰ ਦੇਖ ਕੇ ਤੁਹਾਨੂੰ ਸਮਝ ਆਏਗਾ। ਇੰਡਸ ਰਿਵਰ ਦੀ ਜਦੋਂ ਮੈਂ ਗੱਲ ਕਰਦਾ ਹਾਂ, ਚਾਈਨਾ ਵਿੱਚ ਇਮਰਜ ਹੁੰਦੀ ਹੈ, ਚਾਈਨਾ ਵਿੱਚ ਇਮਰਜ ਹੋ ਕੇ ਇੰਡੀਆ ਵਿੱਚ ਜਾਂਦੀ ਹੈ, ਪਾਕਿਸਤਾਨ ਵਿੱਚ ਆ ਕੇ ਸਿੱਧਾ ਅਰੇਬੀਅਨ ਸੀ ਵਿੱਚ ਸਮਾ ਜਾਂਦੀ ਹੈ। ਪਰ ਵਿੱਚ ਉਹਦੀਆਂ ਟ੍ਰਿਬਿਊਟਰੀਜ਼ ਨੇ ਸਤਲੁਜ, ਰਾਵੀ, ਬਿਆਸ, ਚਨਾ ਜਾਂ ਫਿਰ झेलम। ਹੁਣ ਇਹ ਸਾਰੀ ਟ੍ਰਿਬਿਊਟਰੀਜ਼ ਜਿਹੜੀਆਂ ਤੁਸੀਂ ਧਿਆਨ ਨਾਲ ਦੇਖੋਗੇ, ਚਲੋ ਬਿਆਸ ਤੇ ਰਾਵੀ ਤਾਂ ਬਈ ਇੱਥੇ ਸਤਲੁਜ ਤੇ ਇੱਥੇ ਮਿਲ ਗਏ, ਪਰ ਇਹ ਸਾਰੀ ਟ੍ਰਿਬਿਊਟਰੀਜ਼ ਤਾਂ ਪਾਕਿਸਤਾਨ 'ਚ ਵੀ ਜਾ ਰਹੀਆਂ।
ਹੁਣ ਸਰਹੱਦਾਂ ਆਪਾਂ ਵੰਡਤੀਆਂ, ਪਾਣੀਆਂ ਨੂੰ ਕਿਸ ਤਰ੍ਹਾਂ ਵੰਡੀਏ, ਤੇ ਇਸੇ ਮੁੱਦੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਬ੍ਰੋਕਰ ਕੀਤੀ ਸੀ ਇੰਡਸ ਵਾਟਰ ਟ੍ਰੀਟੀ। ਇਧਰੋਂ ਇੰਡੀਆ ਵਾਲੇ ਆਏ, ਇਧਰੋਂ ਪਾਕਿਸਤਾਨ ਵਾਲੇ ਆਏ, ਵਿੱਚ ਬੈਠੀ ਵਰਲਡ ਬੈਂਕ। ਐਂਡ ਜਦੋਂ ਵਰਲਡ ਬੈਂਕ ਵਿੱਚ ਬੈਠੀ, ਉਹਨਾਂ ਨੇ ਕਿਹਾ ਕਿ ਬਈ ਅੱਜ ਇੱਕ ਟ੍ਰੀਟੀ ਸਾਈਨ ਕਰਕੇ ਜਾਵਾਂਗੇ, ਉਸ ਤੋਂ ਬਾਅਦ ਤੁਸੀਂ ਰੌਲਾ ਨਹੀਂ ਪਾਣਾ ਕਿ ਬਈ ਇਹ ਮੇਰਾ ਪਾਣੀ ਲੈ ਗਿਆ ਜੀ, ਮੈਨੂੰ ਇੰਨਾ ਪਾਣੀ ਆਣਾ ਸੀਗਾ। ਨਹੀਂ, ਅੱਜ ਤੋਂ ਬਾਅਦ ਇਹ ਰੌਲਾ ਨਹੀਂ ਪਏਗਾ। ਸੋ ਇਸੇ ਕਰਕੇ ਇਹ ਟ੍ਰੀਟੀ ਸਾਈਨ ਕੀਤੀ ਗਈ ਸੀ ਵਿਦ ਦਾ ਬ੍ਰੋਕਰੇਜ ਆਫ ਵਰਲਡ ਬੈਂਕ। ਇਹਨੂੰ ਆਪਾਂ ਯਾਦ ਰੱਖਣਾ ਹੈ, ਮੀਡੀਏਟਰ ਵਰਲਡ ਬੈਂਕ ਸੀਗਾ। ਠੀਕ ਹੈ, ਹੁਣ ਜਦੋਂ ਮੈਂ ਗੱਲ ਕਰਦਾ ਇਹਦੀ ਪ੍ਰੋਵੀਜ਼ਨਸ ਦੀਆਂ, ਪ੍ਰੋਵੀਜ਼ਨਸ ਤੋਂ ਪਹਿਲਾਂ ਇੱਕ ਚੀਜ਼ ਸਮਝੋ ਕਿ ਦੋ ਰਿਵਰਸ ਨੂੰ ਡਿਵਾਈਡ ਕਰ ਦਿੱਤਾ ਗਿਆ। ਵਨ ਵਾਜ਼ ਦਾ ਈਸਟਰਨ ਰਿਵਰਸ, ਜਿਹਨੂੰ ਕਿਹਾ ਗਿਆ ਬਿਆਸ, ਰਾਵੀ ਐਂਡ ਸਤਲੁਜ। ਇਹਨਾਂ ਦਾ ਕੰਟਰੋਲ ਕਿਹਨੂੰ ਦਿੱਤਾ ਗਿਆ ਜੀ? ਇੰਡੀਆ ਨੂੰ। ਤੇ ਇੱਕ ਜਦੋਂ ਮੈਂ ਗੱਲ ਕਰਦਾ ਨਾ MAF, MRF ਨਹੀਂ, MAF ਦੀ ਗੱਲ ਕਰ ਰਹੇ ਹਾਂ, ਮਿਲੀਅਨ ਏਕੜ ਫੀਟਸ, ਇਹ ਪਾਣੀ ਦੇ ਫਲੋ ਨੂੰ ਨਾਪਣ ਦਾ ਇੱਕ ਮੈਜਰ ਹੈ। ਠੀਕ ਹੈ ਜੀ, ਜਿੰਨਾ ਇਹ ਵੱਧ ਹੋਏਗਾ ਦੈਟ ਮੀਨਸ ਓਨਾ ਜ਼ਿਆਦਾ ਪਾਣੀ ਆਪਾਂ ਦੇ ਰਹੇ ਹਾਂ। ਹੁਣ ਇੱਥੇ ਫਰਕ ਦੇਖੋ MAF ਦਾ, ਤੇ ਇੱਥੇ ਫਰਕ ਦੇਖੋ। ਇੱਥੇ ਮੈਂ 33 MAF ਦੀ ਗੱਲ ਕਰ ਰਿਹਾ, ਇੱਥੇ ਮੈਂ 80 MAF ਦੀ ਗੱਲ ਕਰ ਰਿਹਾ। ਉੱਪਰ ਨੀਚੇ ਹੋ ਰਿਹਾ ਨਾ। ਈਸਟਰਨ ਰਿਵਰਸ ਦੀ ਜਦੋਂ ਮੈਂ ਗੱਲ ਕਰ ਰਿਹਾ ਹੈ, ਜਿਹੜੀ ਕਿ ਕਿਹੜੀ ਹੈ ਜੀ? ਬਿਆਸ, ਰਾਵੀ ਐਂਡ ਸਤਲੁਜ, ਜਿਹੜੇ ਸਿਰਫ 33 MAF ਪਾਣੀ ਜਿਨ੍ਹਾਂ ਕੋਲ ਹੈ ਉਹ ਇੰਡੀਆ ਯੂਜ਼ ਕਰੇਗਾ, ਪਰ 80 MAF ਵਾਟਰ ਇੰਡਸ, ਚਨਾਬ ਐਂਡ ਝੇਲਮ ਦਾ ਜਿਹੜਾ ਮੇਨ ਵਾਟਰ ਹੈ, 80 MAF ਵਾਟਰ ਵੈਸਟਰਨ ਰਿਵਰਸ ਦਾ, ਉਹ ਪਾਕਿਸਤਾਨ ਯੂਜ਼ ਕਰੇਗਾ। ਸੋਚੋ ਕਿ ਕਿਉਂ ਇਹ ਟ੍ਰੀਟੀ ਸਾਈਨ ਕੀਤੀ ਹੋਏਗੀ। ਆਪਣੇ ਦਿਮਾਗ ਵਿੱਚ ਨਾ ਇੱਕ ਸੋਚ ਜ਼ਰੂਰ ਲੈ ਕੇ ਆਇਓ। ਇਹੀ ਤਾਂ ਬਿਗੇਸਟ ਇਸ਼ੂ ਬਣਿਆ ਅੱਜ। क्यों मोदी साहब कहते हैं कि पानी और खून एक ही जगह से नहीं बह सकते? इसी करके बिकॉज दिस इज द बिगेस्ट इशू। अपने कोल जे देखिए, इंडिया कोल सिर्फ और सिर्फ 18% पानी है जी। पूरे इंडस रिवर सिस्टम का सिर्फ 18% पानी आप यूज कर रहे हैं, तो लगभग 80% के करीब जिहड़ा पानी है वो पाकिस्तान यूज कर रहा है। डिस्पाइट ऑफ दैट, डिस्पाइट ऑफ दिस क्यों यूज कर रहे हैं? तुसी जदों मैप देखोगे, इंडस रिवर इदां आती है तो इदां जाती है, बई इंडिया च पहला एंटर करती है प्यारिओ। आपां एक अपस्ट्रीम स्टेट होके पहला पानी साडे कोल आ रहा है, साडे हथ विच है ना कि बई अगली पार्टी नूं किन्ना पानी देना। वी बीइंग द अपस्ट्रीम स्टेट, फिर भी आपां सिर्फ 18% पानी लिया। क्यों? लोकी पंडित नेहरू नूं ब्लेम करते हैं। बट आओ देखांगे कि ये ट्रीटी सही सी, गलत सी, जिद्दां दी भी सी। ठीक है जी। सो नाउ हाउ द ट्रीटी वर्क्स। भाई ट्रीटी वर्क्स कर दी है एक इंडस परमानेंट इंडस कमीशन बनाई गई। कहते जो भी काम होएगा, कोई भी डिस्प्यूट है, कोई भी चीज है, डेटा शेयर करना है, इंडस परमानेंट इंडस कमीशन बना दी गई है। ਇਹਦੇ ਵਿੱਚ ਇੰਡੀਆ ਤੋਂ ਕਮਿਸ਼ਨਰ ਇੱਕ ਆਊਗਾ, ਇਹਦੇ ਵਿੱਚ ਪਾਕਿਸਤਾਨ ਤੋਂ ਕਮਿਸ਼ਨਰ ਇੱਕ ਆਊਗਾ। ਦੋਨੋਂ ਬੈਠਣਗੇ, ਜੋ ਵੀ ਡਿਸਪਿਊਟ ਹੋਏਗੀ ਉਹਨੂੰ ਸੋਲਵ ਕਰਨਗੇ। मजे की गल दसा, देखो अगे मजे की गल दसा। अपने इंडिया ने एक कमिश्नर अपॉइंट ही नहीं किया हले तक। इट्स अ वेरी गुड स्ट्रैटेजी, अगे दसूंगा किदां। आपां अपॉइंट ही नहीं किया हले तक कमिश्नर, पर उन्होंने क्या करो। सब तो पहला कमीशन सारे क्वेश्चंस देखेगी, डिफरेंसेस, एक न्यूट्रल एक्सपर्ट जिहड़ा है, अलग अलग कंट्रीज तो एक्सपर्ट आते हैं वो देखणगे। उस तो बाद एक कोर्ट ऑफ आर्बिट्रेशन बनाया गया जिथे तुसीं दस सकते हो फॉर एनी डिस्प्यूट्स, जिहड़े तुहाडे कमिश्नर आपस डिस्कस करनगे, पर कमिश्नर है ही नहीं। अगे आ जाओ, दिस इज हाउ दिस ट्रीटी विल वर्क। हुण सवाल यह आंदा है कि प्राइम मिनिस्टर ऑफ इंडिया ने जदों कह दिता कि बई ट्रीटी आपां सस्पेंड कर रहे हैं, पाकिस्तान फॉरेन मिनिस्टर दे जिहड़ा एक बयान है उस कितना कदम है कि वी कैन नॉट सस्पेंड इट, इंडिया सस्पेंड नहीं कर सकता। मिस्टर फॉरेन मिनिस्टर, यू आर इनकरैक्ट। शायद तुहाडे पाकिस्तान च कोई वधिया लॉयर नहीं है तुहाडे को, या हो सकता है कि तुहानू लीगल नॉलेज इन्नी नहीं है, इस करके तुसीं इहो जिहे बेतुके बयान दे दिंदे हो। दैट ट्रीटी कैन नॉट बी सस्पेंडेड। नो, वियना कन्वेंशन दे विच क्लीयरली लिखिया होया है दैट वन पार्टी कैन सस्पेंड द रूल। इनू जरूर याद रखियो। ईवन एंड ईवन वियना कन्वेंशन विच ये भी लिखिया होया है कि भी अगे जाके टर्मीनेट करने की भी ऑप्शन बन सकती है। ठीक है,
ਪਰ ਇੱਕ ਹੋਰ ਇਹਦੇ ਵਿੱਚ ਲੂਪ ਹੋਲ ਹੈ, ਮੈਂ ਤੁਹਾਨੂੰ ਹੁਣੇ ਸਮਝਾਉਂਗਾ, ਅੱਗੇ ਨਾ ਜਾਇਓ, ਕਿਉਂਕਿ ਇਹ ਲੀਗਲ ਦੇ ਦਾਅ ਪੇਚ ਨੇ। ਇੱਕ ਵਕੀਲ ਤੋਂ ਸਮਝੋਗੇ ਸ਼ਾਇਦ ਜ਼ਿਆਦਾ ਅੱਛਾ ਸਮਝ ਆ ਜਾਣ। ਹੁਣ ਵੀਏਨਾ ਕਨਵੈਨਸ਼ਨ ਕਹਿ ਰਹੀ ਹੈ ਠੀਕ ਹੈ, ਕੁਝ ਇਹੋ ਜਿਹੀ ਟ੍ਰੀਟੀਜ਼ ਨੇ ਜਿਨ੍ਹਾਂ ਦੇ ਵਿੱਚ ਲਿਖਿਆ ਨਹੀਂ ਗਿਆ ਕਿ ਇਹਨੂੰ ਜਦੋਂ ਖਤਮ ਕਰਨਾ ਹੈ ਤੇ ਕਿਸ ਤਰ੍ਹਾਂ ਕਰਨਾ ਹੈ। ਜਦੋਂ ਤੁਸੀਂ ਇੱਕ ਐਗਰੀਮੈਂਟ ਬਣਾਉਂਦੇ ਹੋ, ਈਵਨ ਕਰ ਲੈਂਦੇ ਹੋ, ਉੱਥੇ ਲਿਖਿਆ ਜਾਂਦਾ ਹੈ ਕਿ ਇਹ ਬਿਲਡਰ ਨੇ ਜੇ ਇੰਨੇ ਟਾਈਮ 'ਚ ਕੰਮ ਨਹੀਂ ਕੀਤਾ ਤੇ ਉਹਨੂੰ ਇਹ ਪੈਨਲਟੀ ਮਿਲੇਗੀ। ਉਸੇ ਤਰ੍ਹਾਂ ਇਸ ਟ੍ਰੀਟੀ ਵਿੱਚ ਇਹ ਨਹੀਂ ਲਿਖਿਆ ਗਿਆ ਕਿ ਜੇ ਦੋ ਬੰਦਿਆਂ ਨੇ, ਦੋ ਨੇਸ਼ਨਸ ਨੇ ਆਪਣੇ ਆਪਣੇ ਵਾਅਦੇ ਨਹੀਂ ਪੂਰੇ ਕੀਤੇ ਤੇ ਬਈ ਕਿੱਦਾਂ ਇਸ ਟ੍ਰੀਟੀ ਨੂੰ ਤੋੜਿਆ ਜਾਏਗਾ। ਸੋ ਇਸੇ ਕਰਕੇ ਵੀਏਨਾ ਕਨਵੈਨਸ਼ਨ ਕਹਿੰਦੀ ਹੈ ਜਿਹੜੀ ਵੀ ਟ੍ਰੀਟੀਜ਼ ਵਿੱਚ ਇਦਾਂ ਦਾ ਕੁਝ ਮੈਂਸ਼ਨ ਨਹੀਂ ਹੈ, ਵੀਏਨਾ ਕਨਵੈਨਸ਼ਨ ਦਾ ਯੂਜ਼ ਕਰਕੇ ਤੁਸੀਂ ਸਸਪੈਂਡ ਵੀ ਕਰ ਸਕਦੇ ਹੋ ਤੇ ਬਈ ਅੱਗੇ ਜਾ ਕੇ ਟਰਮੀਨੇਟ ਵੀ ਕਰ ਸਕਦੇ ਹੋ। ਠੀਕ ਹੈ ਜੀ। ਬਟ ਇੱਕ ਕਲੌਜ਼ ਹੈ ਜਿਹੜਾ ਕਿ ਟਰਮੀਨੇਟ ਹੋਣ ਤੋਂ, ਐਬਰੋਗੇਟ ਹੋਣ ਤੋਂ ਇਸ ਟ੍ਰੀਟੀ ਨੂੰ ਰੋਕਦਾ ਹੈ। ਉਹ ਕਿਹੜਾ ਕਲੌਜ਼ ਹੈ? ਆਰਟੀਕਲ 12 ਆਫ ਦਾ ਇੰਡਸ ਵਾਟਰ ਟ੍ਰੀਟੀ। ਹੁਣ ਇਹਨੇ ਪੇਜ ਫਸਾਤਾ। ਇਹ ਆਰਟੀਕਲ 12 ਕਹਿ ਰਿਹਾ ਹੈ that, ਇਹਦਾ ਜਿਹੜਾ ਪੈਰਾਗ੍ਰਾਫ 3 ਹੈ ਖਾਸ ਕਰਕੇ, ਉਹ ਇਹ ਗੱਲ ਕਹਿ ਰਿਹਾ ਹੈ that ਇਹ ਟਰਮੀਨੇਟ ਟ੍ਰੀਟੀ ਨਹੀਂ ਹੋ ਸਕਦੀ unless the two governments sit and decide। ਸੋਚੋ, ਇਹਦਾ ਆਰਟੀਕਲ 12 ਸਾਫ਼-ਸਾਫ਼ ਕਹਿ ਰਿਹਾ ਹੈ ਕਿ ਜੇ ਪਾਕਿਸਤਾਨ ਜਾਂ ਇੰਡੀਆ ਇਕੱਠੇ ਨਹੀਂ ਬੈਠੇ, ਉਹਨਾਂ ਨੇ ਡਿਸਾਈਡ ਕੀਤਾ ਕਿ ਬਾਏ ਬਾਏ ਟਾਟਾ ਸਾਨੂੰ ਇਹ ਨਹੀਂ ਚਾਹੀਦੀ, ਤਦ ਤੱਕ ਕੁਝ ਨਹੀਂ ਹੋਣਾ। ਕਦੀ ਪਾਕਿਸਤਾਨ ਬੈਠੇਗਾ? 80% ਪਾਣੀ ਲੈ ਕੇ ਕੀ ਪਾਕਿਸਤਾਨ ਬੈਠੇਗਾ ਇਸ ਟ੍ਰੀਟੀ ਨੂੰ ਡਿਸਕਸ ਕਰਨ ਵਾਸਤੇ? ਦਾ ਆਨਸਰ ਇਜ਼ ਨੋ, ਨਹੀਂ ਬੈਠਦਾ। ਸੋ ਇਸੇ ਕਰਕੇ ਇਟ ਇਜ਼ ਓਨਲੀ ਇੰਡੀਆ ਜਿਸ ਨੂੰ ਇਸ ਟ੍ਰੀਟੀ ਤੋਂ ਪ੍ਰੋਬਲਮ ਹੈ। ਠੀਕ ਹੈ, ਇਸੇ ਕਰਕੇ ਹਮੇਸ਼ਾ ਤੁਸੀਂ ਦੇਖੋ ਆਪਾਂ ਹੀ ਕਰਦੇ ਆ ਇਸ ਚੀਜ਼ ਨੂੰ ਹਮੇਸ਼ਾ ਸਸਪੈਂਡ, ਤੇ ਆਪਾਂ ਪਾਕਿਸਤਾਨ ਨੂੰ ਕਹਿੰਦੇ ਆ ਕਿ ਤੁਸੀਂ ਕੀ ਕੀਤਾ ਹੈ, ਵਾਇਲੇਟ ਕੀਤਾ ਹੈ। ਉਹ ਸਾਡੇ ਤੇ ਇਲਜ਼ਾਮ ਲਗਾਉਂਦੇ ਨੇ ਕਿ ਯੂ ਆਰ ਵਾਇਲੇਟਿੰਗ ਦ ਟ੍ਰੀਟੀ ਸਸਪੈਂਡ ਕਰਕੇ। ਬਟ ਸਸਪੈਂਡ ਕੀਤਾ ਜਾ ਸਕਦਾ ਹੈ, ਦੇयर इज नो ਡਾਊਟ ਇਨ दैट। ਠੀਕ ਹੈ ਜੀ। ਤੇ ਹੁਣ ਆਪਾਂ ਲਾਸਟ ਚੀਜ਼ ਤੇ ਆ ਗਏ ਆ ਜਿਹੜਾ ਤੁਹਾਨੂੰ ਸਭ ਨੂੰ ਇੰਤਜ਼ਾਰ ਸੀ, what will be the implications of this suspension। ਇਸ ਸਸਪੈਂਸ਼ਨ ਦੇ ਇੰਪਲੀਕੇਸ਼ਨਸ ਕੀ ਹੈ? ਹੁਣ ਧਿਆਨ ਨਾਲ ਸੁਣਿਓ, ਦੋ ਧਿਰ ਨੇ। ਇੱਕ ਤੇ ਧਿਰ ਜਿਹੜੀ ਹੈ, ਇੱਕ ਤੇ ਜਿਹੜਾ ਪਰਸਪੈਕਟਿਵ ਹੈ ਉਹ ਇਹ ਕਹਿੰਦਾ ਹੈ ਕਿ ਹਾਂਜੀ ਸਸਪੈਂਸ਼ਨ ਕਰਨ ਨਾਲ ਬਹੁਤ ਹੀ ਕੁਝ ਹੋ ਜਾਏਗਾ। ਬਈ ਪਾਕਿਸਤਾਨ ਇੱਕਦਮ ਸਾਡੇ ਪੈਰ ਫੜ ਲੇਗਾ, ਪਾਕਿਸਤਾਨ ਆ ਕੇ ਇੱਕਦਮ ਕਹੇਗਾ ਕਿ ਬਈ ਤੁਸੀਂ ਤੇ ਯਾਰ ਸਾਡਾ ਹੁੱਕਾ ਪਾਣੀ ਰੋਕਤਾ, ਬਈ ਮਾਫੀ ਚਾਹੁੰਦੇ ਅਗਲੀ ਵਾਰ ਤੋਂ ਨਹੀਂ ਕਰਾਂਗੇ। ਜਿਹੜੀ ਉਹ ਧਿਰ ਹੈ ਉਹ ਇਹ ਕਹਿੰਦੀ ਹੈ ਯੈਸ, ਹਾਈਡਰੋ ਡਿਪਲੋਮੇਸੀ ਜਿਹੜੀ ਹੈਗੀ ਹੈ ਉਹਦਾ ਇਸਤੇਮਾਲ ਕਰੋ। ਇੰਡੀਆ ਹਾਈਡਰੋ ਡਿਪਲੋਮੇਸੀ ਯੂਜ਼ ਹੀ ਨਹੀਂ ਕਰਦਾ। ਚਾਈਨਾ ਦੇਖੋ ਕਿੰਨੀ ਯੂਜ਼ ਕਰ ਰਿਹਾ ਹੈ। ਚਾਈਨਾ ਨੇ ਸਾਨੂੰ ਬ੍ਰਹਮਪੁੱਤਰਾ ਦਾ ਡੇਟਾ ਦੇਣ ਤੋਂ ਮਨਾ ਕਰਤਾ। ਯੂ ਨੋ ਵਾਈ? ਕਹਿੰਦੇ ਕਿ ਤੁਸੀਂ ਸਾਡੇ ਨਾਲ ਬਾਰਡਰ ਡਿਸਪਿਊਟ ਨਹੀਂ ਸੋਲਵ ਕਰ ਰਹੇ। ਇਹ ਇੰਡੀਆ ਕਿਉਂ ਨਹੀਂ ਕਰਦਾ ਫਿਰ ਪਾਕਿਸਤਾਨ ਨਾਲ? ਉਸ ਤੋਂ ਬਾਅਦ ਵਾਟਰ ਨੂੰ ਐਜ਼ ਅ ਲੈਵਰੇਜ ਯੂਜ਼ ਕਰੋ ਤੇ ਕਹਿੰਦੇ ਨਿਊਕਲੀਅਰ ਪਾਵਰ ਤੋਂ ਵੀ ਵਧੀਆ ਯੂਜ਼ ਕਰ ਸਕਦੇ ਹੋ, ਕਿਉਂਕਿ ਯਾਰ ਨਿਊਕਲੀਅਰ ਪਾਵਰ ਤੇ ਸਿਰਫ ਸਰਕਾਰ ਨੂੰ ਪਤਾ ਹੈ, ਬਟ ਵਾਟਰ ਦੀ ਜੇ ਕਮੀ ਹੋਗੀ ਤੇ ਬਈ ਉਹਨਾਂ ਦੇ ਜਿਹੜੇ ਸਿਟੀਜ਼ਨਸ ਨੇ ਨਾ ਉਹ ਧਰਨਿਆਂ ਤੇ ਉਤਰ ਆਣਗੇ। ਪਾਕਿਸਤਾਨੀ ਜਨਤਾ ਧਰਨੇ ਤੇ ਉਤਰ ਕੇ ਆ ਕੇ ਕਹੇਗੀ ਕਿ ਤੁਸੀਂ ਇੰਡੀਆ ਨੂੰ ਕਿਉਂ ਤੰਗ ਕੀਤਾ, ਸਾਨੂੰ ਸਾਡਾ ਪਾਣੀ ਤੇ ਆਣ ਦਿਓ। ਇਹ ਚੀਜ਼ ਹੋ ਸਕਦੀ ਹੈ? ਨਹੀਂ ਹੋ ਸਕਦੀ। ਅੱਜ ਦੇ ਟਾਈਮ ਤੇ ਇਹ ਚੀਜ਼ ਪੋਸੀਬਲ ਨਹੀਂ ਹੈ। ਤੁਸੀਂ ਹਾਂ ਵਾਟਰ ਫਲੋ ਦਾ ਡੇਟਾ ਰੋਕ ਸਕਦੇ ਹੋ, ਉਹਨਾਂ ਨੂੰ ਥੋੜੀ ਪ੍ਰੋਬਲਮ ਹੋਏਗੀ, ਮਗਰ ਤੁਸੀਂ ਨਾ ਇਹ ਨਾ ਸੋਚੋ ਕਿ ਇੱਕ ਪਾਣੀ ਦੀ ਬੋਤਲ ਗੇਰਤੀ ਸੁੱਟਤੀ ਤੇ ਉਹਨਾਂ ਪਾਣੀ ਹੈ ਤੇ ਜਿੱਥੇ ਮਰਜ਼ੀ ਮੋੜ ਦਾਂਗੇ, ਬੂਟਿਆਂ ਨੂੰ ਪਾ ਦਾਂਗੇ। ਨਹੀਂ, ਨਦੀਆਂ ਦੀ ਗੱਲ ਹੋ ਰਹੀ ਹੈ, ਮਿਲੀਅਨ ਏਕੜ ਫੀਟਸ ਦੀ ਗੱਲ ਹੋ ਰਹੀ ਹੈ। ਜਦੋਂ ਤੱਕ ਤੁਸੀਂ ਡੈਮ ਹੀ ਨਹੀਂ ਬਣਾਏ, ਇੰਡੀਆ ਦੀ ਗੱਲ ਕਰ ਰਹੇ ਹਾਂ, ਜਦੋਂ ਤੱਕ ਆਪਾਂ ਡੈਮਸ ਹੀ ਨਹੀਂ ਬਣਾਏ, ਜਦੋਂ ਤੱਕ ਆਪਾਂ ਵਾਟਰ ਸਟੋਰੇਜ ਦੀ ਕੈਪੈਸਿਟੀ ਆਪਣੀ ਇੰਕਰੀਜ਼ ਨਹੀਂ ਕੀਤੀ, ਹਾਊ ਵਿਲ ਐਨੀਥਿੰਗ ਚੇਂਜ ਔਨ ਦਾ ਗਰਾਊਂਡ? ਦ ਰਿਐਲਿਟੀ ਇਜ਼ ਇਹਨੂੰ ਸਸਪੈਂਡ ਕਰਨਾ ਸਿਰਫ ਇੱਕ ਮੋਰਲ ਤੌਰ ਤੇ ਬੜਾ ਵਧੀਆ ਸਟੈਪ ਸੀਗਾ, ਬਟ ਜੇ ਮੈਂ ਕਹਾਂ ਕਿ ਔਨ ਗਰਾਊਂਡ ਲੈਵਲ ਤੇ ਕੁਝ ਚੇਂਜ ਹੋਏਗਾ, ਨਥਿੰਗ ਵਿਲ ਚੇਂਜ ਔਨ ਗਰਾਊਂਡ। ਜੇ ਆਪਣੇ ਕੋਲ ਡੈਮਸ ਹੁੰਦੇ ਤੇ ਵਾਟਰ ਟ੍ਰੀਟੀ ਨੂੰ ਸਸਪੈਂਡ ਕਰਨ ਦੀ ਲੋੜ ਹੀ ਨਹੀਂ ਪੈਂਦੀ, ਅਸੀਂ ਪਹਿਲਾਂ ਹੀ ਪਾਣੀ ਰੋਕ ਲੈਂਦੇ। ਬਟ ਵੀ ਡੂ ਨਾਟ ਹੈਵ ਦ ਕੈਪੈਸਿਟੀ ਟੂ ਸਟਾਪ ਦ ਵਾਟਰ। ਦੈਟ ਇਜ਼ ਵਾਈ ਇਹ ਬਹੁਤ ਵੱਡੀ ਪ੍ਰੋਬਲਮ ਹੈ। ਨਾ ਸਾਡੇ ਕੋਲ ਕੋਈ ਵਾਟਰ ਡਾਇਵਰਜਨ ਪ੍ਰੋਜੈਕਟ ਹੈ, ਇਨਫਰਾਸਟ੍ਰਕਚਰ ਆਪਾਂ ਕ੍ਰੀਏਟ ਹੀ ਨਹੀਂ ਕੀਤਾ। ਦੂਸਰੀ ਚੀਜ਼, ਸਾਨੂੰ ਸਾਰਿਆਂ ਨੂੰ ਪਤਾ ਹੈ ਦੈਟ ਪਾਕਿਸਤਾਨ, ਚਾਈਨਾ, ਇਹ ਬਈ ਇੱਕੋ ਹੀ ਪਾਰਟੀ ਹੈ। ਚਾਈਨਾ ਜਿਹੜਾ ਹੈ ਉਹ ਪਾਕਿਸਤਾਨ ਦੀ ਮਦਦ ਕਰਨ ਆਏਗਾ। ਵਾਟ ਇਫ ਆਪਾਂ ਅਪਸਟ੍ਰੀਮ ਰਿਵਰ ਹੋ ਕੇ ਚਾਈਨਾ ਪਾਕਿਸਤਾਨ ਦਾ ਪਾਣੀ ਰੋਕ ਰਹੇ ਹਾਂ, ਬਈ ਦੂਸਰੀ ਤਰਫੋਂ ਚਾਈਨਾ ਵੀ ਤਾਂ ਇੱਕ ਅਪਸਟ੍ਰੀਮ ਹੈ ਨਾ ਐਂਟਿਟੀ।
ਸਾਨੂੰ ਸਤਲੁਜ ਦਾ ਪਾਣੀ ਵੀ ਉਹੀ ਦਿੰਦਾ, ਈਵਨ ਇੰਡਸ ਵੀ ਉਧਰੋਂ ਆ ਰਹੀ ਹੈ, ਈਵਨ ਬ੍ਰਹਮਪੁੱਤਰਾ ਵੀ ਉਧਰੋਂ ਆ ਰਹੀ ਹੈ। ਵਾਟ ਇਫ ਕਿ ਉਹਨੇ ਸਾਡੇ ਨਾਲ ਇਹ ਸੇਮ ਚੀਜ਼ ਕਰ ਲਈ? ਸੋਚੋ, ਤੁਸੀਂ ਭੋਲੇ ਹੋ ਜੇ ਸੋਚ ਰਹੇ ਹੋ, ਉਹ ਨਹੀਂ ਕਰ ਸਕਦਾ, ਬਿਕੋਜ਼ ਉਹ ਤੇ ਜਿਹੜੇ ਆਪਣੇ ਪਾਕਿਸਤਾਨ ਵਾਲੇ ਨੇ ਕਹਿੰਦੇ ਨੇ ਕਿ ਵੀ ਨੋ ਮਾਸ ਦਾ ਰਿਸ਼ਤਾ ਅਗਲਿਆਂ ਦਾ। ਸੋ ਕੀ ਆਪਾਂ ਉਸ ਚੀਜ਼ ਵਾਸਤੇ ਤਿਆਰ ਹੈ ਜੇ ਆਪਾਂ ਇਹਨੂੰ ਸਸਪੈਂਡ ਕਰ ਰਹੇ ਹਾਂ? ਸੋ these are the most important implications ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਸੀਗੀਆਂ। ਠੀਕ ਹੈ ਜੀ। ਨਾਓ ਉਸ ਤੋਂ ਬਾਅਦ ਜੇ ਮੈਂ ਆਪਣੀ ਸਲਾਹ ਦੇਵਾਂ ਕਿ ਅੱਗੇ ਇੰਡੀਆ ਨੂੰ ਕੀ ਕਰਨਾ ਚਾਹੀਦਾ ਹੈ, ਸਭ ਤੋਂ ਪਹਿਲਾਂ ਸਸਪੈਂਡ ਕਰਨਾ, ਟਰਮੀਨੇਟ ਕਰਨ ਦੀ ਗੇਮ ਛੱਡ ਦਿਓ। ਸਭ ਤੋਂ ਪਹਿਲਾਂ ਤੇ ਡੈਮ ਬਣਾਓ ਕਸ਼ਮੀਰ ਵਿੱਚ, ਕਸ਼ਮੀਰ ਦੀ ਹੋਰ ਡਿਵੈਲਪਮੈਂਟ ਕਰੋ ਡੈਮ ਬਣਾ ਕੇ। ਉਹਦੇ ਨਾਲ ਆਟੋਮੈਟਿਕਲੀ ਪਾਣੀ ਦਾ ਫਲੋ ਪਾਕਿਸਤਾਨ ਨੂੰ ਰਿਡਿਊਸ ਹੋ ਜਾਏਗਾ। ਤੁਹਾਨੂੰ ਇੰਡਸ ਵਾਟਰ ਟਰੀਟੀ ਨੂੰ ਖਤਮ ਕਰਨ ਦੀ, ਸਸਪੈਂਡ ਕਰਨ ਦੀ ਲੋੜ ਹੀ ਨਹੀਂ ਰਹੇਗੀ। ਉਸ ਤੋਂ ਬਾਅਦ ਬਈ ਬੈਠੋ ਤੇ ਟਰਮਸ ਨੂੰ ਰੀਨੈਗੋਸ਼ੀਏਟ ਕਰੋ, ਉਹਨਾਂ ਤੇ ਪ੍ਰੈਸ਼ਰ ਪਵਾਓ ਕਿ FATF 'ਚ ਗ੍ਰੇ ਲਿਸਟ ਕਰਾਇਆ ਸੀ, ਬਲੈਕ ਲਿਸਟ ਕਰਾ ਦਾਂਗੇ, ਨਹੀਂ ਮੰਨੀ ਗੱਲ। ਐਂਡ ਲਾਸਟ ਵਿੱਚ ਇਹ ਕਹੋ ਬਈ ਠੀਕ ਹੈ, ਮੈਂ ਤਾਂ ਕਹਿੰਦਾ ਕਿ ਕਮਿਸ਼ਨਰ ਦੀ ਪੋਸਟ ਨੂੰ ਵੇਕੈਂਟ ਹੀ ਰੱਖੋ। ਜੇ ਉਹ ਅਗਲੇ ਨਹੀਂ ਗੱਲ ਕਰਨ ਆਉਂਦੇ, ਕਮਿਸ਼ਨਰ ਦੀ ਪੋਸਟ ਵੇਕੈਂਟ ਰੱਖੋ, ਕੋਈ ਨਹੀਂ ਜੀ, ਤੁਸੀਂ ਨਹੀਂ ਸੁਣਦੇ, ਆਪਾਂ ਵੀ ਨਹੀਂ ਸੁਣਨੀ। ਸੋ these 3 measures you could have been taken, these 3 measures ਤੁਸੀਂ ਇਹ ਲੈ ਸਕਦੇ ਹੋ। ਸੋ ਬਈ ਕੀ ਲੱਗ ਰਿਹਾ, ਆਹ ਜਿਹੜੇ ਤੁਹਾਡੇ 15 ਕੁ ਮਿੰਟ ਸੀਗੇ ਕਿੰਨਾ ਦੇ ਗਏ? ਜੇ ਤੁਹਾਨੂੰ ਲੱਗਦਾ ਹੈ ਕਿ ਸਰ ਅੱਜ ਸਾਨੂੰ ਇੰਡਸ ਵਾਟਰ ਟਰੀਟੀ ਦਾ ਮਸਲਾ ਪੂਰਾ ਸਮਝ ਆ ਚੁੱਕਿਆ ਹੈ, ਸੋ ਆਹ 2 ਕੁਐਸਚਨ ਤੁਹਾਡੇ ਪਿੱਛੇ ਨੇ, ਇੱਕ MCQ ਬੇਸਡ ਕੁਐਸਚਨ ਹੈ ਤੇ ਇੱਕ ਤੁਹਾਡਾ ਹੈਗਾ ਜੀ ਸਬਜੈਕਟਿਵ ਮੇਨਸ ਬੇਸਡ ਕੁਐਸਚਨ। ਤੇ ਇਹਦੇ ਆਨਸਰ ਕਿੱਥੇ ਦੱਸਣੇ ਆ, ਇਹਨੂੰ ਕਿੱਥੇ ਸੈਂਡ ਕਰਨਾ ਹੈ ਲਿਖ ਕੇ, ਜਿਹੜੀ ਟੌਪ ਤੇ ਆ ਪੱਟੀ ਲੱਗੀ ਹੈ ਜਤਨ ਗਿੱਲ ਸਰ UPSC/Punjab PCS, ਇਸੇ ਨੂੰ ਹੀ ਟੈਲੀਗ੍ਰਾਮ ਤੇ ਸਰਚ ਕਰ ਲਓ, ਮੇਰਾ ਚੈਨਲ ਆ ਜਾਏਗਾ, ਉੱਥੇ ਜਾ ਕੇ ਦੱਸ ਦਿਓ ਕਿ ਸਰ ਇਹ ਜਵਾਬ ਆਇਆ, ਮੈਂ ਉਹਦਾ ਆਨਸਰ ਤੁਹਾਨੂੰ ਉੱਥੇ ਦੱਸ ਦੂੰਗਾ। ਦਿਸ ਇਜ਼ ਦਾ ਫਸਟ ਕੁਐਸਚਨ ਫॉर ਯੂ। ਜੇ ਕੋਈ ਪੰਜਾਬੀ ਐਸਪੀਰੈਂਟ ਮੈਨੂੰ ਦੇਖ ਰਹੇ ਨੇ, ਪੰਜਾਬੀ ਵਿੱਚ ਇਹ ਹੈ ਜੀ ਕੁਐਸਚਨ। ਐਂਡ ਐਟ ਲਾਸਟ ਦਿਸ ਇਜ਼ ਦਾ ਮੇਨਸ ਕੁਐਸਚਨ ਵਿਚ ਯੂ ਕੈਨ ਅਟੈਂਪਟ। ਇਹ ਮੇਨਸ ਕੁਐਸਚਨ ਹੈ ਜਿਹੜਾ ਕਿ ਬਣ ਸਕਦਾ ਹੈ ਜਦੋਂ ਮੈਂ ਗੱਲ ਕਰ ਰਿਹਾ ਹਾਂ ਇੰਡਸ ਵਾਟਰ ਟਰੀਟੀ ਦੀ। ਠੀਕ ਹੈ ਜੀ। ਸੋ ਅਖੀਰ ਵਿੱਚ ਤੁਹਾਨੂੰ ਧੰਨਵਾਦ ਹੀ ਕਰਨਾ ਚਾਹੂੰਗਾ ਕਿ ਐਟਲੀਸਟ ਤੁਸੀਂ ਮੈਨੂੰ ਸੁਣਿਆ, ਤੇ ਤੁਸੀਂ ਵੀ ਮੇਰਾ ਧੰਨਵਾਦ ਕਰ ਸਕਦੇ ਹੋ ਜੇ ਤੁਹਾਨੂੰ ਅੱਜ ਇੰਡਸ ਵਾਟਰ ਟਰੀਟੀ ਦਾ ਸੈਸ਼ਨ ਪਸੰਦ ਆਇਆ। ਸੋ ਬਈ ਇਸੇ ਤਰ੍ਹਾਂ ਇਹ ਜਿਹੜੇ IR ਦੇ ਜੀਓਪੋਲਿਟਿਕਸ ਦੇ ਟੌਪਿਕ ਹੁੰਦੇ ਨੇ, ਬੜੇ ਹੀ ਪੇਚੀਦਾ ਹੁੰਦੇ ਨੇ, ਇੱਕ ਨਾਲ ਇੱਕ ਜੁੜਿਆ ਹੁੰਦਾ ਹੈ। ਜੇ ਤੁਹਾਨੂੰ ਲੱਗ ਰਿਹਾ ਕਿ ਬਈ ਮੈਂ ਕੁਝ ਇਸ 'ਚ ਹੈਲਪ ਕਰ ਰਿਹਾ, ਸੋ ਪਲੀਜ਼ ਕਮੈਂਟਸ ਵਿੱਚ ਜ਼ਰੂਰ ਦੱਸਿਓ। ਐਂਡ ਜਿਹੜੇ ਕੁਐਸਚਨਸ ਅਟੈਂਪਟ ਕਰਨ ਨੂੰ ਕਿਹਾ ਹੈ ਨਾ, ਉਹਨਾਂ ਨੂੰ ਜ਼ਰੂਰ ਅਟੈਂਪਟ ਕਰਿਓ। ਠੀਕ ਹੈ ਜੀ। ਸੋ ਸਤਿ ਸ਼੍ਰੀ ਅਕਾਲ ਜੀ, ਮਿਲਦੇ ਹਾਂ ਨੈਕਸਟ ਸੈਸ਼ਨ 'ਚ। ਓਕੇ।